ਤਾਂ ਮੈਂ ਹੁਣ ਬੇਨਤੀ ਕਰਾਂਗਾ ਕਾਮਰੇਡ ਕੁਲਦੀਪ ਸਿੰਘ ਹੋਰਾਂ ਨੂੰ। ਸੋ ਜੋ ਇੱਕ ਪਿੰਡ ਆ ਜਿਹੜਾ ਕਿਸੇ ਵੇਲੇ ਕਮਿਊਨਿਸਟਾਂ ਦਾ ਗੜ੍ਹ ਰਿਹਾ, ਕਿਸੇ ਵੇਲੇ ਮੈਂ ਕਹੂੰਗਾ, ਹੁਣ ਤਾਂ ਪੱਛਮੀ ਬੰਗਾਲ ਵੀ ਨਹੀਂ ਰਿਹਾ, ਨਾ ਤ੍ਰਿਪੁਰਾ ਰਿਹਾ, ਨਾ ਕੇਰਲਾ ਰਿਹਾ। ਅਤੇ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ 1-2 ਮਿੰਟਾਂ ਲਈ ਉਹ ਚਾਹੁੰਦੇ ਨੇ ਕਿ ਮੈਂ ਸ਼ਰਧਾਂਜਲੀ ਭੇਟ ਕਰਾਂ ਕੁਲਦੀਪ ਸਿੰਘ ਸਿੱਧੂ। ਸਤਿਕਾਰਯੋਗ ਮੇਰੇ ਸਾਥੀਓ, ਭਰਾਵੋ, ਭੈਣੋ ਅਤੇ ਮਿਤਾਓ, ਮੈਨੂੰ ਅੱਜ ਬੜੀ ਖੁਸ਼ੀ ਹੋਈ ਮੌਲਵੀ ਮੁਹੰਮਦ ਬਰਕਤੁੱਲਾ ਦੀ ਜਗ੍ਹਾ 'ਤੇ ਆ ਕੇ, ਜਿਨ੍ਹਾਂ ਤੋਂ ਅਸੀਂ ਪ੍ਰੇਰਨਾ ਲੈਂਦੇ ਰਹੇ। ਔਰ ਮੈਂ ਬੜਾ ਖੁਸ਼ਨਸੀਬ ਆਪਣੇ ਆਪ ਨੂੰ ਮਹਿਸੂਸ ਕੀਤਾ ਜਦੋਂ ਮੈਨੂੰ ਮੇਰੇ ਸਾਥੀ ਸਰਪੰਚ ਉਹਨਾਂ ਨੇ ਦੱਸਿਆ ਵੀ ਇੱਦਾਂ ਦਾ ਕਰਕੇ ਅੱਜ ਦੇ ਦਿਨ ਸੰਡੇ ਨੂੰ ਅਸੀਂ ਇੱਥੇ ਸ਼ਰਧਾ ਦੇ ਫੁੱਲ ਭੇਂਟ ਕਰਨੇ ਅਤੇ ਤੁਸੀਂ ਵੀ ਜ਼ਰੂਰ ਆਇਓ। ਪਰ ਮੈਂ ਇਹਨਾਂ ਨੂੰ ਪਿਛਲੇ ਲਗਭਗ 2 ਕੁ ਮਹੀਨੇ ਤੋਂ ਕਹਿ ਰਿਹਾ ਸੀ, ਜਦੋਂ ਦੀ ਪੰਜਾਬ ਦੀ ਜਿਹੜੀ ਮਤਲਬ ਕਿਸਾਨੀ ਦੀ ਲਹਿਰ ਚੱਲ ਰਹੀ ਆ, ਉੱਥੇ ਮੋਦੀ ਸਰਕਾਰ ਦੇ ਖਿਲਾਫ ਜਿਹੜੀਆਂ ਉਹਨਾਂ ਨੇ ਕਿਸਾਨ ਵਿਰੋਧੀ ਨੀਤੀਆਂ, ਕਿਸਾਨ ਮਜ਼ਦੂਰ ਅਤੇ ਦੁਕਾਨਦਾਰ ਵਿਰੋਧੀ ਨੀਤੀਆਂ ਜਿਹੜੀਆਂ ਅਪਣਾਈਆਂ ਹੋਈਆਂ ਆ, ਆਰਡੀਨੈਂਸ ਲਿਆ ਕੇ ਆਰਡੀਨੈਂਸਾਂ ਨੂੰ ਕਾਨੂੰਨ ਦੇ ਰੂਪ ਦੇ ਵਿੱਚ ਅਖਤਿਆਰ ਕਰ ਲਿਆ ਉਹਨਾਂ ਨੇ। ਅਤੇ ਵੱਡੇ ਵੱਡੇ ਜਿਹੜੇ ਇਜਾਰੇਦਾਰ ਆ, ਵੱਡੇ ਵੱਡੇ ਘਰਾਣੇ ਆ, ਅੰਬਾਨੀ ਵਰਗੇ ਜਿਹੜੇ ਆ, ਜਿਨ੍ਹਾਂ ਨੇ ਮੈਂ ਕਹਿ ਸਕਦਾ ਵੀ ਜਿੰਨੇ ਆਪਾਂ ਇੱਥੇ ਸਾਥੀ ਖੜ੍ਹੇ ਆ, ਮੈਨੂੰ ਲੱਗਦਾ ਵੀ ਕੋਈ ਇੱਦਾਂ ਦਾ ਹੋਣਾ ਨਹੀਂ ਜਿਹਨੂੰ ਉਸ ਕਾਨੂੰਨ ਦਾ ਸੇਕ ਨਾ ਲੱਗਦਾ ਹੋਵੇ, ਕਿਉਂਕਿ ਆਪਾਂ ਸਾਰੇ ਸਾਥੀ ਜਿੰਨੇ ਵੀ ਆ ਕਿਸਾਨੀ ਕਰਦੇ ਆਏ ਆ ਪਿੰਡਾਂ ਦੇ ਵਿੱਚੋਂ। ਅਤੇ ਮੈਂ ਸਾਥੀ ਉਹਨਾਂ ਨੂੰ ਬਾਰ-ਬਾਰ ਕਹਿੰਦਾ ਸੀ ਕਿ ਸਾਨੂੰ ਕੋਈ ਨਾ ਕੋਈ ਮਤਲਬ ਕੋਈ ਕਾਜ ਇੱਥੇ ਆਰੰਭਣਾ ਚਾਹੀਦਾ ਉਹਨਾਂ ਕਿਸਾਨ ਜਥੇਬੰਦੀਆਂ ਦੇ ਹੱਕ ਦੇ ਵਿੱਚ, ਮਜ਼ਦੂਰ ਜਥੇਬੰਦੀਆਂ ਦੇ ਹੱਕ ਦੇ ਵਿੱਚ, ਜਿਹੜੀਆਂ ਉੱਥੇ ਬੜੀਆਂ ਜੋਸ਼ੋ ਖਰੋਸ਼ ਦੇ ਨਾਲ ਇੱਕ ਸਾਂਝੀ ਐਕਸ਼ਨ ਕਮੇਟੀ ਬਣਾ ਕੇ ਇੱਕ ਸਾਂਝਾ ਘੋਲ ਲੜ ਰਹੀਆਂ ਪੂਰੇ ਹਿੰਦੁਸਤਾਨ ਦੇ ਵਿੱਚ। ਉਹਨਾਂ ਦੀ ਕੋਸ਼ਿਸ਼ ਲੈ ਕੇ ਜਾਣ ਦੀ। ਇਸ ਵੇਲੇ ਉਹ ਪੰਜਾਬ ਅਤੇ ਹਰਿਆਣੇ ਦੇ ਵਿੱਚ, ਕੁਛ ਹਿੱਸਾ ਯੂਪੀ ਦਾ, ਕੁਛ ਮੱਧ ਪ੍ਰਦੇਸ਼ ਦਾ, ਕੁਛ ਹਿੱਸਾ ਰਾਜਸਥਾਨ ਦਾ, ਜਿਹਦੇ ਵਿੱਚ ਉਹ ਬੜੀ ਤਨਦੇਹੀ ਦੇ ਨਾਲ ਲੱਗੇ ਹੋਏ ਨੇ। ਰੇਲਵੇ ਲਾਈਨਾਂ ਰੋਕੀਆਂ, ਤੁਸੀਂ ਸੋਸ਼ਲ ਮੀਡੀਆ 'ਤੇ ਸੁਣਦੇ ਹੋਣੇ ਆ, ਦੇਖਦੇ ਹੋਣੇ ਆ, ਪੜ੍ਹਦੇ ਵੀ ਹੋਣੇ ਆ, ਕੁਛ ਲਿਖਦੇ ਵੀ ਹੋਣਗੇ। ਸੋ ਮੈਂ ਬਹੁਤਾ ਲੰਬਾ ਭਾਸ਼ਣ ਨਾ ਕਰਾਂ, ਤੁਸੀਂ ਸਾਰੇ ਮੇਰੇ ਤੋਂ ਸਿਆਣੇ ਆ। ਮੈਂ ਆਸ ਕਰਦਾ ਕਿ ਸਾਨੂੰ ਅੱਜ ਸਾਥੀ ਬਰਕਤੁੱਲਾ ਦੀ ਇੱਥੇ ਸ਼ਰਧਾ ਦੇ ਫੁੱਲ ਭੇਂਟ ਕਰਨ ਲੱਗੇ ਹਾਂ, ਇਸ ਗੱਲ ਨੂੰ ਇਸ ਏਜੰਡੇ ਦੇ ਰੂਪ ਦੇ ਵਿੱਚ ਅੱਗੇ ਤੋਰਨ ਲਈ ਵੀ ਕੋਈ ਨਾ ਕੋਈ ਇੱਥੋਂ ਅਹਿਦ ਕਰਕੇ ਤੁਰਨਾ ਚਾਹੀਦਾ ਕਿ ਅਸੀਂ ਉਹਨਾਂ ਜਿਹੜੇ ਸਾਡੇ ਸਾਥੀ ਪੰਜਾਬ ਦੇ ਵਿੱਚ ਡਟੇ ਹੋ ਆ, ਉਹਨਾਂ ਦੀ ਮਦਦ ਲਈ ਹੋਰ ਆਪਾਂ ਇੱਥੇ ਕੋਈ ਵੱਡਾ ਉਪਰਾਲਾ ਸਾਂਝਾ ਰਲ ਕੇ ਹੋਰ ਵੀ ਜਿੱਥੇ ਜਿੱਥੇ ਸਾਡੇ ਸਾਥੀ ਬੈਠੇ ਆ, ਮੈਨੂੰ ਨਹੀਂ ਪਤਾ ਕਿੱਥੇ ਕਿੱਥੇ ਬੈਠੇ, ਤੁਹਾਨੂੰ ਪਤਾ, ਤੁਸੀਂ ਇੱਥੇ ਰਹਿੰਦੇ ਆ, ਅਸੀਂ ਕਦੀ ਕਦੀ ਆਈਦਾ, ਉਹਨਾਂ ਦੇ ਨਾਲ ਤਾਲਮੇਲ ਕਰਕੇ ਕੋਈ ਵੱਡਾ ਐਕਸ਼ਨ ਜਿਹੜਾ ਕਿ ਹਿੰਦੁਸਤਾਨ ਦੀ ਸਰਕਾਰ ਤੱਕ ਪਹੁੰਚ ਕਰਦਾ ਹੋਵੇ, ਕੋਈ ਇੱਦਾਂ ਦਾ ਉਪਰਾਲਾ ਕੀਤਾ ਜਾਵੇ। ਜੈ ਜਨਤਾ, ਜੈ ਸੰਘਰਸ਼। ਮਿਹਰਬਾਨੀ। ਮੈਂ ਸਾਡੀ ਇੰਡੋ ਅਮਰੀਕਨ ਕਲਚਰ ਆਰਗੇਨਾਈਜੇਸ਼ਨ ਦਾ ਪ੍ਰੈਜ਼ੀਡੈਂਟ ਸੁਰਿੰਦਰ ਸਿੰਘ ਜੀ ਬਿੰਦਰਾ, ਜਿਨ੍ਹਾਂ ਦਾ ਸਾਰਾ ਟੱਬਰ ਡੈਡੀਕੇਟ ਆ, ਸਾਰਾ ਡੈਡੀਕੇਟ ਟੱਬਰ ਆ। ਮੈਂ ਅੱਗੇ ਵੀ ਜਿਹੜਾ ਕਹਿ ਕੇ ਹਟਿਆ ਕਿ ਆਪਣੇ ਧੀਆਂ ਪੁੱਤਾਂ ਨੂੰ ਲੋਕ ਲੁਕਾਉਂਦੇ ਆ ਕਿ ਤੁਸੀਂ ਨਾ ਆਇਓ, ਪੈਸੇ ਕਮਾਓ। ਇਹਨਾਂ ਦਾ ਸਾਰਾ ਟੱਬਰ ਹੀ ਪੱਬਾਂ ਭਾਰ ਹੋਇਆ ਰਹਿੰਦਾ ਮੈਨੂੰ ਇਹ ਗੱਲ ਕਹਿਣ 'ਚ। ਨਾ ਤਾਂ ਇਹ ਕੋਈ ਅੱਤਕਥਨੀ ਆ ਅਤੇ ਨਾ ਹੀ ਇਹਦੇ 'ਚ ਮੈਨੂੰ ਇਹਨਾਂ ਦੇ ਟੱਬਰ ਦੀ ਕੋਈ ਸਿਫਤ ਦੀ ਇਹ ਗੱਲ ਆ। ਇਹ ਹਕੀਕਤ ਹੈ, ਇੱਕ ਬੀਬੀਆਂ ਭੈਣਾਂ ਤੋਂ ਲੈ ਕੇ ਛੋਟੇ ਬੱਚਿਆਂ ਤੱਕ ਲੈ ਕੇ ਇਹ ਸਾਰੇ ਦਾ ਸਾਰਾ ਟੱਬਰ ਇਸ ਮੇਲਿਆਂ ਨੂੰ ਕਾਮਯਾਬ ਕਰਾਉਣ ਲਈ, ਡੈਡੀਕੇਟ ਕਰਨ ਲਈ ਉਹਨਾਂ ਨੂੰ ਇਹ ਹਰ ਵੇਲੇ ਤਿਆਰ ਰਹਿੰਦਾ ਕਿ ਜੋ ਕੁਛ ਕਰਨ ਦਾ ਸੀ ਇਤਿਹਾਸ ਦਾ ਕੰਮ, ਅਸੀਂ ਬਹੁਤ ਸਾਰੇ ਇਤਿਹਾਸ ਦੇ ਉਹ ਅਣਫੋਲੇ ਪੰਨੇ ਫੋਲੇ ਆ ਜਿਨ੍ਹਾਂ ਦਾ ਹਾਲੇ ਤੱਕ ਕਿਤੇ ਕੋਈ ਜ਼ਿਕਰ ਨਹੀਂ ਹੋਇਆ। ਇੱਕ ਹੋਰ ਕਿਤਾਬ ਅਸੀਂ ਭਾਵੇਂ ਉਹ ਅਸੀਂ ਉਹਨਾਂ ਨੂੰ ਦਿੱਤਾ ਸੀ, ਇਸ ਗੱਲ ਦਾ ਸੁਨੇਹਾ ਮੈਨੂੰ ਫਖਰ ਆ ਕਿ ਇੰਡੋ ਅਮਰੀਕਨ ਕਲਚਰ ਆਰਗੇਨਾਈਜੇਸ਼ਨ ਕੋਲ ਜਿੰਨੀ ਕੁ ਜਾਣਕਾਰੀ ਸੀ ਹਿਸਟੋਰੀਕਲ ਤੌਰ 'ਤੇ, ਜਿੰਨੀ ਕੁ ਲਿਟਰੇਚਰ ਦੇ ਤੌਰ ਦੇ ਉੱਤੇ, ਜਿੰਨੇ ਪੁਰਾਣੇ ਡਾਕੂਮੈਂਟ ਸੀ, ਉਹ ਉਸ ਸ਼ਖਸੀਅਤ ਨੂੰ ਦੇ ਕੇ, ਸਾਇੰਟਿਸਟ ਆ ਉਹ ਅਮਰੀਕਾ ਦਾ ਬੜਾ ਵੱਡਾ ਸਾਇੰਟਿਸਟ, ਉਹਨੇ ਇੱਕ ਬੁੱਕ ਲਿਖੀ ਆ ਗਦਰ ਦੇ ਉੱਤੇ, ਔਰ ਸਾਰੇ ਪੱਖਾਂ ਨੂੰ ਉਹਨੇ ਛੂਇਆ। ਬੁੱਕ ਛਪ ਕੇ ਆ ਗਈ ਆ, ਮੈਂ ਉਹਦੀ ਰੀਡਿੰਗ ਕਰ ਰਿਹਾ ਕੁਛ, ਅਤੇ ਮੈਂ ਉਹ ਚਾਹਾਂਗਾ ਉਹ ਛੇਤੀ ਕਿਤਾਬਾਂ ਅਸੀਂ ਮੰਗਾ ਕੇ ਅਤੇ ਤੁਹਾਡੇ ਤੱਕ ਪੁੱਜਦੀਆਂ ਕਰਾਂਗੇ। ਇਹ ਸਾਡੀ ਅੱਜ ਆਰਗੇਨਾਈਜੇਸ਼ਨ ਨੂੰ ਫਖਰਿਆ। ਅਸੀਂ ਇੱਕ ਹੋਰ ਵੀ ਕਿਤਾਬ ਛਪਾ ਰਹੇ ਹਾਂ, ਅੱਜ ਮੈਂ ਬਰਕਤੁੱਲਾ ਦੀ ਕਬਰ ਤੋਂ ਵੀ ਕਹਿ ਦਿਆਂ, ਉਹ ਸੀ ਉੱਥੇ ਉਹਨਾਂ ਜਿਨ੍ਹਾਂ ਦਾ ਮੈਂ ਜ਼ਿਕਰ ਕਰਕੇ ਹਟਿਆ, ਮਹਾਨ ਲੋਕਾਂ ਦਾ, ਅਮਰੀਕਨ ਲੋਕਾਂ ਦਾ, ਜਿਨ੍ਹਾਂ ਦੇ ਅੰਗਰੇਜ਼ੀ ਦੇ ਆਰਟੀਕਲ ਜਿਹੜੇ ਵੀ ਪਹਿਲਾਂ ਆ, ਅਤੇ ਉਹਦਾ ਇੱਕ ਅਸੀਂ ਨਾਂ ਵੀ ਰੱਖਾਂਗੇ, ਮਦਰਸ ਆਫ ਦੀ ਰੈਵੋਲਿਊਸ਼ਨ।
ਇਨਕਲਾਬ ਦੀਆਂ ਮਾਵਾਂ ਜਿਨ੍ਹਾਂ ਨੇ ਇਨਕਲਾਬ ਨੂੰ ਜਨਮ ਦਿੱਤਾ ਆ ਉਹਨਾਂ ਨੇ। ਸੋ ਉਹ ਵੀ ਅਸੀਂ ਛੇਤੀ ਅੰਗਰੇਜ਼ੀ ਪੰਜਾਬੀ ਤੇ ਹਿੰਦੀ ਦੇ ਵਿੱਚ ਉਹਨਾਂ ਦੇ ਪੂਰੇ ਆਰਟੀਕਲ ਜਿਹੜੇ ਉਹ ਛਪਾਵਾਂਗੇ। ਮੈਂ ਕਿਹਾ ਵੀ ਮਲਕੀਤ ਸਿੰਘ ਜੀ ਆ ਜਾਓ ਜਰਾ ਤੁਸੀਂ ਵੀ ਦੋ ਸ਼ਬਦ ਜਿਹੜੇ ਆ ਉਹ ਦੱਸ ਦਿਓ ਕੁਛ ਤੁਹਾਡੇ ਕੋਲੋਂ ਉਹਨਾਂ ਸ਼ਬਦਾਂ 'ਚ ਅਸੀਂ ਗ੍ਰਹਿਣ ਕਰਕੇ ਤੇ ਅਸੀਂ ਵੀ ਤੁਰਦੇ ਬਣਾਂਗੇ। ਤੇ ਉਹ ਕਹਿੰਦੇ ਨਹੀਂ ਜ਼ਿਆਦਾ ਤੇ ਨਾਲੇ ਇੱਕ ਉਸ ਪਿੰਡ ਦੇ ਵਿੱਚ ਆ ਜਿੱਥੇ ਨਾਮਧਾਰੀਆਂ ਦੀ ਬੜੀ ਵੱਡੀ ਸੰਪਰਦਾ ਦਾਇ ਹੁੰਦੀ ਸੀ। ਉਸ ਪਿੰਡ ਦੇ ਮੈਂ ਇਹਨਾਂ ਦਾ ਪਿੰਡ ਦੇਖਿਆ, ਖੋਟੇ ਇਹਨਾਂ ਦਾ ਪਿੰਡ ਆ। ਸੋ ਮੈਂ ਇਹਨਾਂ ਨੂੰ ਬੇਨਤੀ ਕਰਾਂਗਾ ਕਿ 2-4 ਮਿੰਟਾਂ ਲਈ ਕੋਈ ਵੀ ਆਪਣੇ ਹਾਂਜੀ ਸਾਰੇ ਸਾਥੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਸਾਨੂੰ ਮੌਕਾ ਮਿਲ ਰਿਹਾ ਹੈ ਉਹਨਾਂ ਮਹਾਨ ਸ਼ਹੀਦਾਂ ਦੀ ਕਬਰ ਤੇ ਸਿਰ ਝੁਕਾਉਣ ਦਾ। ਉਹਨਾਂ ਮਹਾਨ ਸ਼ਹੀਦਾਂ ਗਦਰੀ ਬਾਬਿਆਂ ਨੇ ਜਦੋਂ ਸਭ ਤੋਂ ਪਹਿਲਾਂ ਮੀਟਿੰਗ ਕੀਤੀ ਉਹਦੇ ਵਿੱਚ ਉਹਨਾਂ ਨੇ ਪਹਿਲਾਂ ਹੀ ਇੱਕ ਮਤਾ ਰੱਖਿਆ ਵੀ ਸਾਡੇ ਧਰਮ ਵੱਖਰੇ, ਸਿੱਖ ਹੈ, ਹਿੰਦੂ ਹੈ, ਮੁਸਲਮਾਨ ਹੈ, ਈਸਾਈ ਹੈ, ਕੋਈ ਹੈ, ਇਸ ਗੱਲ ਨੂੰ ਪਾਸੇ ਕਰ ਦਿਓ। ਕੋਈ ਉੱਚੀ ਜਾਤ ਹੈ, ਨੀਵੀਂ ਜਾਤ ਹੈ, ਇਸ ਗੱਲ ਨੂੰ ਪਾਸੇ ਕਰ ਦਿਓ ਤੇ ਆਪਾਂ ਸਾਰੇ ਜਿਹੜੇ ਹੈਗੇ ਆ ਭਾਰਤੀ ਆ, ਹਿੰਦੁਸਤਾਨੀ ਆ, ਆਪਾਂ ਸਾਰੇ ਰਲ ਕੇ ਜਿਹੜੀ ਹਿੰਦੁਸਤਾਨ ਦੀ ਗੁਲਾਮੀ ਹੈ ਉਹਨੂੰ ਆਪਾਂ ਦੂਰ ਕਰੀਏ। ਜੇ ਆਪਾਂ ਇਹਨਾਂ ਗੱਲਾਂ 'ਚ ਪੈ ਗਏ ਫਿਰ ਆਪਾਂ ਤੋਂ ਇਹ ਜਿਹੜਾ ਏਕਤਾ ਨਹੀਂ ਹੋਈ ਤੇ ਫਿਰ ਸਾਡਾ ਜਿਹੜਾ ਇਹ ਯੁੱਧ ਆ ਉਹ ਸਫਲ ਨਹੀਂ ਹੋਣਾ। ਤੇ ਜੇ ਆਪਾਂ ਅੱਜ ਧਿਆਨ ਮਾਰ ਗਏ ਤਾਂ ਆਪਣੇ ਹਿੰਦੁਸਤਾਨ ਦੇ ਵਿੱਚ ਕੁਝ ਐਸੀਆਂ ਤਾਕਤਾਂ ਹੈ ਜਿਹੜੀਆਂ ਕਿ ਦੇਸ਼ ਦੇ ਵਿੱਚ ਫਿਰਕੂ ਜਿਹੜਾ ਹੈਗਾ ਭਾਵਨਾ ਪੈਦਾ ਕਰ ਰਹੇ ਹੈ। ਉਹ ਲੋਕਾਂ ਨੂੰ ਵੰਡ ਰਹੇ ਹੈ, ਕਿਸੇ ਨੂੰ ਹਿੰਦੂ, ਕਿਸੇ ਨੂੰ ਸਿੱਖ, ਕਿਸੇ ਨੂੰ ਮੁਸਲਮਾਨ। ਇਸ ਤਰ੍ਹਾਂ ਦੀ ਜਿਹੜੀ ਬਹੁਤ ਤੇਜ਼ੀ ਨਾਲ ਜਿਹੜੀ ਅੱਗ ਹੈ, ਜ਼ਹਿਰ ਆ, ਉਹ ਫੈਲਾਈ ਜਾ ਰਹੀ ਹੈ। ਤੇ ਮੈਂ ਤਾਂ ਇਹੋ ਹੀ ਵੱਡੀ ਗੱਲ ਸਮਝਦਾ ਕਿ ਆਪਾਂ ਉਹਨਾਂ ਨੂੰ ਜਿੱਥੇ ਸਜਦਾ ਕਰਦੇ ਹਾਂ, ਜਿਹੜੇ ਉਹਨਾਂ ਦੇ ਵਿਚਾਰ ਸੀ ਉਹਨਾਂ ਨੂੰ ਮਨ ਵਿੱਚ ਲੈ ਕੇ ਜੋ ਉਹ ਫਿਰਕੂ ਤਾਕਤਾਂ, ਕਾਲੀਆਂ ਤਾਕਤਾਂ, ਉਹਦੇ ਖਿਲਾਫ ਜਿੰਨਾ ਅਸੀਂ ਵੱਧ ਤੋਂ ਵੱਧ ਜ਼ੋਰ ਨਾਲ ਲੜ ਸਕਦੇ ਹਾਂ ਸਾਨੂੰ ਲੜਨਾ ਚਾਹੀਦਾ। ਇਹੋ ਹੀ ਸੱਚੀ ਸ਼ਰਧਾਂਜਲੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਿਹਰਬਾਨੀ ਥੈਂਕ ਯੂ। ਬਹੁਤ ਹੀ ਸਤਿਕਾਰਯੋਗ ਸਾਥੀਓ, ਬੀਬੀਓ, ਭੈਣੋ, ਅੱਜ ਸਾਡੀ ਖੁਸ਼ਕਿਸਮਤੀ ਆ ਕਿ ਅਸੀਂ ਉਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਇੱਥੇ ਇਕੱਤਰ ਹੋਏ ਆ। ਹਰ ਸਾਲ ਇਕੱਤਰ ਹੁੰਦੇ ਆ। ਜਿਨ੍ਹਾਂ ਨੇ ਇਹ ਬਿਗੜਾ ਚੱਕਿਆ ਸੀ ਇੱਥੇ ਆ ਕੇ, ਮੈਂ ਸਮਝਦਾ ਉਹਨਾਂ ਦੀ ਬਹੁਤ ਵੱਡੀ ਦੇਣ ਆ ਸਾਨੂੰ ਸਾਰਿਆਂ ਨੂੰ। ਇਹ ਇਤਿਹਾਸ ਦੇ ਜਿਹੜੇ ਦੱਬੇ ਪਏ ਵਰਕੇ ਸੀ ਉਹਨਾਂ ਨੂੰ ਫਰੋਲ ਕੇ ਇਹ ਯਾਦਗਾਰਾਂ ਲੱਭੀਆਂ ਜਿੱਥੇ ਅਸੀਂ ਹਰ ਸਾਲ ਸਜਦਾ ਕਰਨ ਆਉਂਦੇ ਇਹਨਾਂ ਸ਼ਹੀਦਾਂ ਨੂੰ। ਮੇਰੇ ਤੋਂ ਪਹਿਲਾਂ ਤਮਾਮ ਸਾਥੀਆਂ ਨੇ ਜ਼ਿਕਰ ਕੀਤਾ ਜਿਹੜਾ ਹੁਣ ਦਾ ਮਾਹੌਲ ਆ ਆਪਣੇ ਦੇਸ਼ ਦਾ, ਜਿੱਥੇ ਕਿ ਉੱਥੇ ਫਿਰਕੂ ਤਾਕਤਾਂ ਆ ਦੁਬਾਰਾ ਉਹ ਬਹੁਤ ਜ਼ੋਰਾਂ ਦੇ ਨਾਲ ਸਿਰ ਚੱਕ ਰਹੀਆਂ। ਸਾਨੂੰ ਉਹਦਾ ਇੱਥੇ ਰਹਿੰਦੇ ਜੇ ਉਹਨਾਂ ਸ਼ਹੀਦਾਂ ਨੇ ਇੱਥੇ ਰਹਿ ਕੇ ਦੇਸ਼ ਦੇ ਵਿੱਚ ਮੌਜੂਦ ਉਸ ਸਮੇਂ ਦੀ ਜਿਹੜੀ ਸਰਕਾਰ ਸੀ ਉਹਨੂੰ ਦੇਸ਼ ਤੋਂ ਬਾਹਰ ਕੱਢਣ ਲਈ, ਮੁਲਕ ਨੂੰ ਆਜ਼ਾਦ ਕਰਾਉਣ ਵਾਸਤੇ ਇੱਥੇ ਮੀਟਿੰਗਾਂ ਕਰਕੇ ਬਿਗੜਾ ਚੱਕਿਆ, ਫੈਸਲਾ ਲੈ ਕੇ ਚੱਲੇ, ਸਾਰੀ ਉਮਰ ਸੰਘਰਸ਼ ਕੀਤਾ। ਅਸੀਂ ਵੀ ਉਸ ਦੇਸ਼ ਦੇ ਵਸਿੰਦੇ ਹਾਂ। ਜੋ ਕੁਛ ਸਾਡੇ ਦੇਸ਼ ਦੇ ਵਿੱਚ ਉੱਥੇ ਵਾਪਰ ਰਿਹਾ ਉਹਦਾ ਸਾਡੇ ਮਨਾਂ ਉੱਤੇ ਵੀ ਅਸਰ ਹੁੰਦਾ ਆ। ਸਾਨੂੰ ਵੀ ਆਪਣਾ ਬਣਦਾ ਜਿਹੜਾ ਹੱਕ ਵਾ, ਸਾਨੂੰ ਬਣਦਾ ਆਪਣਾ ਜਿੱਥੇ ਤੱਕ ਆਪਾਂ ਜ਼ੋਰ ਲੱਗਦਾ ਸਾਡਾ ਉਹ ਕਰਕੇ ਸਾਨੂੰ ਇੱਥੇ ਸਫਾਰਤਖਾਨੇ ਸਾਡੇ ਦੇਸ਼ ਦੇ ਆ। ਮੈਂ ਸਮਝਦਾ ਵੀ ਸਾਨੂੰ ਸਾਰੀਆਂ ਜਥੇਬੰਦੀਆਂ ਨੂੰ ਇਕੱਠੇ ਹੋ ਕੇ ਉਹਨਾਂ ਦੇ ਬਾਹਰ ਸਾਨੂੰ ਪ੍ਰੋਟੈਸਟ ਕਰਨ ਦੀ ਜ਼ਰੂਰਤ ਆ। ਤਮਾਮ ਸਾਡੇ ਲੀਡਰ ਸਾਹਿਬਾਨ, ਕਸ਼ਮੀਰ ਸਿੰਘ ਜੀ, ਬਿੰਦਰਾ ਜੀ ਆ, ਤਮਾਮ ਜਥੇਬੰਦੀਆਂ ਨੂੰ ਇਹ ਜਾਣਦੇ ਨੇ। ਸਾਰੇ ਨੂੰ ਆਪਾਂ ਇਕੱਤਰ ਕਰਕੇ ਕਿਸਾਨਾਂ ਦਾ ਮੋਰਚਾ ਆ ਉਹਦੇ ਵਿੱਚ ਸਾਨੂੰ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਆ। ਪ੍ਰੋਟੈਸਟ ਦੇ ਤੌਰ 'ਤੇ ਸਾਨੂੰ ਉੱਥੇ ਜਾ ਕੇ ਆਪਣਾ ਮੈਮੋਰੰਡਮ ਦੇਣ ਦੀ ਜ਼ਰੂਰਤ ਆ ਤਾਂ ਕਿ ਅਸੀਂ ਵੀ ਉਹਨਾਂ ਦੇ ਹੱਕ ਦੇ ਵਿੱਚ ਖੜ੍ਹੇ ਹੋ ਸਕੀਏ। ਹੋਰ ਬਹੁਤ ਕੁਛ ਹੋ ਰਿਹਾ। ਬਲਾਤਕਾਰਾਂ ਦੀ ਸਾਥੀ ਕਸ਼ਮੀਰ ਸਿੰਘ ਉਹਨਾਂ ਨੇ ਗੱਲ ਕੀਤੀ ਆ। ਅੱਜ ਵੀ ਬਹੁਤ ਕੁਛ ਹੋ ਰਿਹਾ ਉੱਥੇ ਯੂਪੀ ਦੇ ਵਿੱਚ, ਘਾਣ ਕੀਤਾ ਜਾ ਰਿਹਾ ਦਲਿਤ ਬੱਤੀਆਂ ਦੇ ਨਾਲ। ਉਹਨਾਂ ਨੂੰ ਬਚਾਉਣ ਵਾਸਤੇ ਜਿਹੜਾ ਸਰਕਾਰਾਂ, ਮੌਜੂਦ ਸਰਕਾਰਾਂ ਆ, ਪੂਰਾ ਜ਼ੋਰ ਲੱਗਾ ਹੈ ਉਹਨਾਂ ਦਾ। ਤੇ ਸਾਨੂੰ ਉਹਨਾਂ ਦੇ ਹੱਕ ਦੇ ਵਿੱਚ ਵੀ ਆਪਣੀ ਆਵਾਜ਼ ਜਿਹੜੀ ਆ ਬੁਲੰਦ ਕਰਨੀ ਚਾਹੀਦੀ ਆ। ਉਹਨਾਂ ਗਰੀਬੜੀਆਂ ਦੇ ਹੱਕ ਦੇ ਵਿੱਚ ਵੀ ਸਾਨੂੰ ਹਾਂ ਦਾ ਨਾਰਾ ਮਾਰਨ ਦੀ ਜ਼ਰੂਰਤ ਆ। ਤੇ ਮੈਂ ਇਹਨਾਂ ਗੱਲਾਂ ਦੇ ਨਾਲ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ। ਜੈ ਜਨਤਾ, ਜੈ ਸੰਘਰਸ਼, ਜਿੱਤ ਲੜਦੇ ਲੋਕਾਂ ਦੇ। ਤਾਂ ਮੈਂ ਹੁਣ ਸੁਰਿੰਦਰ ਸਿੰਘ ਬਿੰਦਰੇ ਨੂੰ ਆਖਾਂਗਾ ਕਿ ਉਹ ਕਹਿੰਦੇ ਮੈਨੂੰ ਟਾਈਮ ਮਿਲ ਗਿਆ, ਖੁੱਲ੍ਹਾ ਟਾਈਮ ਤੇਰਾ ਹੀ ਆ, ਡਟਿਆ ਦਾ। ਗਦਰੀ ਬਾਬਿਆਂ ਦੀ ਯਾਦ ਨੂੰ ਸਮਰਪਿਤ ਅਤੇ ਉਹਨਾਂ ਮਹਾਨ ਦੇਸ਼ ਭਗਤ ਯੋਧਿਆਂ ਵੱਲੋਂ ਰਚੇ ਗਏ ਇਤਿਹਾਸ ਦੀ ਯਾਦ ਨੂੰ ਤਾਜ਼ਾ ਰੱਖਣ ਲਈ
ਗਦਰ ਲਹਿਰ ਦੀ ਜਨਮ ਭੂਮੀ ਕੈਲੀਫੋਰਨੀਆ ਦੇ ਸ਼ਹਿਰ ਸੈਕਰਾਮੈਂਟੋ ਵਿੱਚ ਸਮੇਂ ਦੇ ਅਨੁਕੂਲ ਇੱਕ ਛੋਟੇ ਜਿਹੇ ਸਮਾਗਮ ਵਿੱਚ ਸ਼ਮੂਲੀਅਤ ਕਰਨ ਆਏ ਵਤਨ ਦੀ ਆਜ਼ਾਦੀ ਦੇ ਆਸ਼ਿਕਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਆਏ ਮੇਰੇ ਭੈਣੋ ਭਰਾਵੋ ਤੇ ਬਜ਼ੁਰਗੋ, ਮੈਂ ਆਪਣੀ ਸਮੁੱਚੀ ਜਥੇਬੰਦੀ ਇੰਡੋ ਅਮਰੀਕਨ ਕਲਚਰ ਆਰਗੇਨਾਈਜੇਸ਼ਨ, ਜਿਹੜੀ ਕਿ ਗਦਰੀ ਬਾਬਿਆਂ ਦੀ ਯਾਦ ਨੂੰ ਸਮਰਪਿਤ ਹੈ, ਡੈਡੀਕੇਟ ਹੈ, ਉਹਦੇ ਵੱਲੋਂ ਇੱਕ ਸੇਵਾਦਾਰ ਹੋਣ ਦੇ ਨਾਤੇ ਤੁਹਾਨੂੰ ਸਾਰਿਆਂ ਨੂੰ ਮਨ ਦੀਆਂ ਗਹਿਰਾਈਆਂ ਤੋਂ ਜੀ ਆਇਆਂ ਆਖਦਾ ਹਾਂ। ਮੇਰੇ ਤੋਂ ਪਹਿਲਾਂ ਇਤਿਹਾਸ ਕਾਫੀ ਫਰੋਲਿਆ ਗਿਆ ਆ, ਪਰ ਸਿਰਫ 2 ਮਿੰਟ 'ਚ ਗੱਲ ਮੁਕਾ ਦੂੰਗਾ ਕਿ ਸਭ ਤੋਂ ਪਹਿਲਾਂ ਹਿੰਦੁਸਤਾਨ ਨੂੰ ਗੁਲਾਮੀ ਦੀਆਂ ਜੰਜੀਰਾਂ ਤੋਂ ਕੱਢਣ ਲਈ 1857 ਦਾ ਗਦਰ ਹੋਇਆ। ਉਸ ਤੋਂ ਬਾਅਦ ਜਿਹੜੀ ਕੋਈ ਆਜ਼ਾਦੀ ਦੀ ਲੜਾਈ ਲੜੀ ਆ, ਉਹ ਇਸ ਸੈਕਰਾਮੈਂਟੋ ਕੈਲੀਫੋਰਨੀਆ ਦੀ ਧਰਤੀ ਤੋਂ ਸਾਡੇ ਉਹਨਾਂ ਮਹਾਨ ਯੋਧਿਆਂ ਨੇ, ਜਿਹੜੇ ਕਿ ਜਿਨ੍ਹਾਂ ਨੂੰ ਅਸੀਂ ਸਨਮਾਨਿਤ ਵਜੋਂ ਗਦਰੀ ਬਾਬੇ ਆਖਦੇ ਹਾਂ, ਪਰ ਉਹਨਾਂ ਦੀ ਉਮਰ ਜਿਹੜੀ 20-20, 25-25 ਸਾਲੇ ਸੀ, ਉਹ ਆਪਣੇ ਤੰਗੀਆਂ ਤੁਰਸ਼ੀਆਂ ਤੋਂ ਆਪਣੇ ਚੁੱਲ੍ਹਿਆਂ ਨੂੰ ਗਰਮ ਰੱਖਣ ਲਈ ਮਾਵਾਂ ਭੈਣਾਂ ਨੂੰ ਰੋਂਦਿਆਂ ਕਰਲਾਉਂਦਿਆਂ ਨੂੰ ਗਦਰ ਪਾਰਟੀ ਦਾ ਜਿਹੜਾ ਇੱਥੇ ਪ੍ਰਧਾਨ ਬਣਿਆ ਭਕਨਾ ਸਾਹਿਬ ਸੋਹਣ ਸਿੰਘ, ਉਹਦੀਆਂ 2 ਮਾਵਾਂ ਸੀ, ਦੋਵਾਂ ਰੋਂਦਿਆਂ ਨੂੰ ਛੱਡ ਕੇ ਆਇਆ ਅਤੇ ਜਦੋਂ ਵਾਪਸ ਗਿਆ ਦੋਨੋਂ ਹੈ ਨਹੀਂ ਸੀ। ਜਦੋਂ ਉਹਨਾਂ ਨਾਲ ਇੱਥੇ ਆ ਕੇ ਨਸਲੀ ਵਿਤਕਰਾ ਹੋਇਆ, ਅੱਜ 125 ਸਾਲ ਬਾਅਦ ਵੀ ਜੋ ਹੋ ਰਿਹਾ ਹਟਿਆ ਨਹੀਂ, ਵੱਧ ਰਿਹਾ ਆ, ਸਮੇਂ ਦੀਆਂ ਸਰਕਾਰਾਂ ਹੋਰ ਲਾਂਬੂ ਲਾ ਰਹੀਆਂ ਨੇ, ਉਹਨਾਂ ਨੂੰ ਇਹਦਾ ਨਸਲੀ ਵਿਤਕਰੇ ਦਾ ਜਿਹੜਾ ਮੁੱਖ ਕਾਰਨ ਆ ਉਹ ਇਹੀ ਲੱਭਿਆ ਕਿ ਸਾਡਾ ਮੁਲਕ ਗੁਲਾਮ ਹੈ ਅਤੇ ਇੱਥੋਂ ਸਾਡੇ ਗੋਰਿਆਂ ਨੇ ਇਹਨਾਂ ਨੂੰ ਮਿਹਣੇ ਤਾਨੇ ਵੀ ਮਾਰੇ। ਇੱਥੋਂ ਤੱਕ ਕਿ ਕਰਤਾਰ ਸਿੰਘ ਸਰਾਭਾ 16-17 ਸਾਲ ਦੀ ਉਮਰ ਵਿੱਚ ਜਦੋਂ ਬਰਕਲੇ ਯੂਨੀਵਰਸਿਟੀ ਇਲੈਕਟ੍ਰੀਕਲ ਇੰਜੀਨੀਅਰਿੰਗ ਦਾ ਡਿਪਲੋਮਾ ਕਰਨ ਆਇਆ ਸੀ ਪੜ੍ਹਨ, ਭਾਵੇਂ ਉਹਦਾ ਕੋਈ ਬਾਕੀ ਸਹੀ ਉਹਦਾ ਰਿਕਾਰਡ 'ਚ ਨਾਂ ਮਿਲਦਾ ਨਹੀਂ ਹੈ, ਉਹਦੇ ਯੂਨੀਵਰਸਿਟੀ 'ਚ ਆਇਆ, ਉਹ ਪੜ੍ਹਨੇ ਸੀ। ਜਦੋਂ ਸੈਨ ਫਰਾਂਸਿਸਕੋ ਦੀ ਬੰਦਰਗਾਹ 'ਤੇ ਉਤਰਿਆ ਤਾਂ ਉਹਨੂੰ ਇਮੀਗ੍ਰੇਸ਼ਨ ਅਫਸਰਾਂ ਨੇ ਏਲੀਅਨ ਕਹਿ ਕੇ ਪੁਕਾਰਿਆ, ਏਲੀਅਨ, ਜਿਨ੍ਹਾਂ ਨੂੰ ਕਿ ਗੋਰੇ ਸਾਡੇ ਕਾਲੀਆਂ ਭੇਡਾਂ ਜਾਂ ਦਾੜੀ ਵਾਲੀਆਂ ਔਰਤਾਂ ਕਹਿ ਕੇ ਨਿੰਦਦੇ ਸੀ ਇੰਡੀਅਨ ਨੂੰ। ਸੋ ਜਦੋਂ ਜ਼ਿਆਦਾ ਹੀ ਅੱਤ ਹੋ ਗਈ, ਸਾਡੇ ਇਹਨਾਂ ਯੋਧਿਆਂ ਨੇ ਕੁਛ ਸਰਾਬੇ ਦੇ ਪੇਂਡੂ ਸੀ, ਰੁਲੀਆ ਸਿੰਘ ਜੀ ਆਸਟ੍ਰੇਲੀਆ ਜੇ ਪੋਰਟਲੈਂਡ ਤੋਂ ਕੈਨੇਡਾ ਨੂੰ ਜਾਉਂ ਰਸਤੇ 'ਚ ਆਉਂਦਾ, ਉੱਥੇ ਵੀ ਗਦਰੀ ਬਾਬਿਆਂ ਦੀ ਯਾਦ ਵਿੱਚ ਇੱਕ ਪਾਰਕ ਬਣਿਆ, ਹੁਣੇ 2 ਸਾਲ ਹੋਏ ਆ। ਅਸੀਂ ਵੀ ਇੱਥੇ ਸਮੇਂ ਦੇ ਹਾਕਮਾਂ ਕੋਲੋਂ ਮੰਗ ਕਰ ਰਹੇ ਹਾਂ। ਪਿੱਛੇ ਜਿਹੇ ਐਲਗਰੋਵ ਦੀ ਮੇਅਰ ਦੀ ਇਲੈਕਸ਼ਨ ਫੰਡ ਰੇਜ਼ਿੰਗ ਸੀ, ਮੈਂ ਕਿਹਾ ਅਸੀਂ ਆਪਣੇ ਨਿਆਣਿਆਂ ਲਈ ਨੌਕਰੀਆਂ ਨਹੀਂ ਚਾਹੁੰਦੇ, ਅਸੀਂ ਤਾਂ ਉੱਥੋਂ ਸੀਮੈਂਟ ਨਹੀਂ ਲੈਣਾ, ਪਰ ਜੇ ਤੂੰ ਜਿੱਤ ਗਈ ਕੁੜੀਏ, ਸਾਡੀ ਕੁੜੀ ਆਪਣੀ ਉਹ। ਮੈਂ ਕਿਹਾ ਪਹਿਲਾ ਕੰਮ ਸਾਡਾ ਗਦਰੀ ਬਾਬਿਆਂ ਦੀ ਯਾਦ ਵਿੱਚ ਅਸੀਂ ਕਿਸੇ ਬਿਲਡਿੰਗ ਦਾ ਨਹੀਂ ਪੱਥਰ ਖਾਈ, ਜਾਂ ਕੋਈ ਪਾਰਕ ਜਿਹੜਾ ਨਵਾਂ ਬਣ ਰਿਹਾ ਉਹ ਗਦਰੀ ਬਾਬਿਆਂ ਨੂੰ ਡੈਡੀਕੇਟ ਹੋਵੇ। ਸੋ ਇਹ ਯੋਧਿਆਂ ਨੇ ਇੱਥੋਂ ਜਾ ਕੇ ਉੱਥੇ ਹਥਿਆਰਬੰਦ ਘੋਲ ਲੈਣ ਦਾ 1914 'ਚ ਕੀਤਾ, ਕਿਉਂਕਿ ਜਰਮਨੀ ਅਤੇ ਇੰਗਲੈਂਡ ਦੀ ਲੜਾਈ ਸ਼ੁਰੂ ਹੋਈ ਸੀ। ਇਹਨਾਂ ਨੇ ਮੌਕਾ ਬਜ਼ੁਰਗਾਂ ਨੇ ਸਮਝਿਆ ਵਿੱਚ ਵਧੀਆ ਆ, ਪਰ ਸੋਹਣ ਸਿੰਘ ਭਕਨਾ 2-4 ਬੰਦੇ ਹੋਰ ਜਿੰਨੇ ਵੀ ਗਏ ਸੀ, ਉਹ ਜਿਹੜੇ ਉਹ ਤਾਂ ਬਜ ਘਾਟ ਉੱਥੇ ਹੀ ਅਰੈਸਟ ਕਰ ਲਏ ਕਲਕੱਤੇ। ਇਹ ਜਿਹੜਾ ਸਰਾਭਾ ਸੀ ਬੜਾ ਚੁਸਤ ਸੀਗਾ ਦਿਮਾਗ, ਇਹ ਹੋਰ ਪਾਸਿਓਂ ਕਲੰਬੋ ਵਾਲੇ ਪਾਸਿਓਂ ਗਿਆ ਸੀ, ਇਹ ਹੀ ਬਚਿਆ ਸੀ। ਕੁਝ ਹੋਰ ਸਾਥੀ ਇਹਨੇ ਜਾ ਕੇ ਫਿਰ ਸਾਰਾ ਉਹਨਾਂ ਦੀ ਗੈਰ ਹਾਜ਼ਰੀ 'ਚ ਉੱਥੇ ਕੰਮ ਕੀਤਾ, ਫੌਜੀ ਛਾਉਣੀਆਂ 'ਚ ਜਾਂਦਾ ਰਿਹਾ, ਬੜਾ ਮਿਲਣਸਾਰ ਸੀ, ਜਿਹਨੂੰ 2-4 ਮਿੰਟ 'ਚ ਆਪਣੇ ਪੱਖ 'ਚ ਕਰ ਲੈਂਦਾ ਸੀ। ਸੋ ਉੱਥੇ ਜਿਹੜਾ ਹਥਿਆਰ ਬੰਦੂਕਾਂ ਜਾਂ ਗੰਨਾਂ ਜਾਣੀਆਂ ਸੀ, ਇੱਧਰੋਂ ਜਾਣੀਆਂ ਸੀ, ਉਹ ਜਾ ਨਹੀਂ ਸਕੀਆਂ। ਕੁਛ ਲੋਕ ਜਿਹੜੇ ਸੀਗੇ ਵਿੱਚੋਂ ਪੁਲਿਸ ਨੂੰ ਵੀ ਰਲ ਗਏ, ਉਹਨਾਂ ਨੇ ਲੀਕ ਆਊਟ ਕਰਤਾ ਅਤੇ ਉਹ ਜਿਹੜਾ ਸੰਘਰਸ਼ ਸੀ ਸਫਲ ਨਹੀਂ ਹੋ ਸਕਿਆ। ਪਰ ਉਹ ਤੋਂ ਬਾਅਦ ਆਜ਼ਾਦੀ ਲਈ ਜਿੰਨੀਆਂ ਵੀ ਲਹਿਰਾਂ ਉੱਠੀਆਂ, ਬੱਬਰ ਲਹਿਰ, ਬੱਬਰ ਅਕਾਲੀ ਲਹਿਰ, ਕੂਕਾ ਲਹਿਰ, ਨਾਮਧਾਰੀ, ਜਿੰਨੀਆਂ ਵੀ ਪਗੜੀ ਸੰਭਾਲ ਜੱਟਾ, ਹੋਰ ਅਨੇਕਾਂ ਉੱਠੀਆਂ, ਨੇਵੀ ਦੀ ਬਗਾਵਤ ਵੀ ਉੱਠੀ, ਉਹਨਾਂ ਲਈ ਇੱਕ ਰਾਹ ਦਰਸ਼ਕ ਇੱਕ ਦਸੇਰਾ ਬਣੀ। ਸਾਰੀਆਂ 'ਤੇ ਇਸ ਲਹਿਰ ਦਾ ਬਹੁਤ ਪ੍ਰਭਾਵ ਹੋਇਆ, ਇੱਥੋਂ ਤੱਕ ਕਿ ਸ਼ਹੀਦ ਭਗਤ ਸਿੰਘ ਹੋਣੀ ਇਸ ਲਹਿਰ ਤੋਂ ਬਹੁਤ ਪ੍ਰਭਾਵਿਤ ਸੀ ਅਤੇ ਸਰਾਬੇ ਦੀ ਫੋਟੋ ਹਰ ਵੇਲੇ ਜੇਬ 'ਚ ਰੱਖਦੇ ਸੀ। ਆਖਿਰ ਉਹਨਾਂ ਨੂੰ ਡਾਕੇ ਮਾਰਨੇ ਪਏ, ਕਿਉਂਕਿ ਹਥਿਆਰ ਇੱਥੋਂ ਗਏ ਨਹੀਂ। ਉਹ ਡਾਕੇ ਮਾਰਨ 'ਚ ਵੀ ਸਾਹਨੇਵਾਲ ਹੋਰ ਕਾਫੀ ਪਿੰਡਾਂ 'ਚ ਸੀਗਾ, ਇਹਦਾ ਰੋਲ ਸਰਾਬੇ ਦਾ ਜ਼ਿਆਦਾ ਸੀ, ਅਤੇ ਆਖਿਰਕਾਰ ਇੱਕ ਡਾਕੇ 'ਚ ਫੜੇ ਗਏ ਹਥਿਆਰ ਖਰੀਦਣ ਲਈ ਜਿਹੜੇ ਮਾਰਦੇ ਸੀਗੇ। ਅਤੇ ਇਹਨਾਂ ਨੂੰ ਲਾਹੌਰ ਦਾ ਜਿਹੜਾ ਫਸਟ ਚਾਰਜਿਸ ਕੇਸ ਆ, ਉਹਦੇ 'ਚ ਫਾਂਸੀ ਦੀ ਸਜ਼ਾ ਹੋਈ। ਕੁਝ ਨੂੰ ਕਾਲੇ ਪਾਣੀ ਸੈਲਰ ਵਰਗੀਆਂ ਜੇਲ੍ਹਾਂ ਦਾ ਕੁੰਭੀ ਨਰਕ ਭੋਗਣਾ ਪਿਆ, ਅਤੇ ਕੁਛ ਨੂੰ ਇਹਨੂੰ ਸਰਾਬੇ ਹੋਣਾ ਨੂੰ, ਹਾਲਾਂਕਿ ਇਹਨਾਂ ਨੂੰ ਪਤਾ ਸੀ ਕਿ ਰਸਮੀ ਕਾਰਵਾਈ ਆ, ਜੇ ਆਪਾਂ ਵਕੀਲ ਕਰਾਂਗੇ ਸਾਨੂੰ ਕੋਈ ਮਿਲਣਾ ਨਹੀਂ ਹੈਗਾ, ਆਪਾਂ ਜਿੱਤਣਾ ਨਹੀਂ ਹੈਗਾ। ਅਤੇ ਜਿਹੜਾ ਉਹ ਉਸ ਕੌਂਸਲ ਦਾ ਮੈਂਬਰ ਸੀ, ਉਹਨੇ ਕੋਸ਼ਿਸ਼ ਕੀਤੀ ਵੀ ਇਹਦੀ ਤਾਂ ਉਮਰੇ 16-17 ਸਾਲ ਆ ਜੇ, ਪਰ ਜੱਜ ਕਹਿੰਦਾ ਕਿ ਅਮਰੀਕਾ ਤੋਂ ਲੈ ਕੇ ਹਿੰਦੁਸਤਾਨ ਵਿੱਚ ਗਦਰ ਲਹਿਰ ਨਾਲ ਸੰਬੰਧਿਤ ਕੋਈ ਇਹੋ ਜਿਹੀ ਘਟਨਾ ਨਹੀਂ ਜਿਹਦੇ 'ਚ ਇਹਦਾ ਰੋਲ ਨਹੀਂ। ਹਰ ਮੂਵਮੈਂਟ ਜਿਹੜੀ ਜਿੰਨੀ ਵੀ ਉਹਦੇ 'ਚ ਕਾਰਵਾਈਆਂ ਐਕਸ਼ਨ ਹੋਏ ਆ, ਸਾਰਿਆਂ 'ਚ ਇਹਦਾ ਰੋਲ ਸੀ, ਅਤੇ ਉਹਨੂੰ ਮਾਫ ਨਹੀਂ ਕੀਤਾ, ਅਤੇ ਆਖਿਰ ਇਹਨਾਂ ਨੂੰ ਫਾਂਸੀ ਦੀ ਸਜ਼ਾ ਦੇ ਦਿੱਤੀ। ਜਿੰਨੇ ਕੁ ਵਿਚਾਰੇ ਬਚੇ ਸੀ
ਥੋੜ੍ਹੇ ਬਹੁਤ ਕਾਲੇ ਪਾਣੀਆਂ ਤੋਂ ਜੇਲ੍ਹਾਂ ਕੱਟ ਕੇ ਆਏ, ਉਹਨਾਂ ਨੇ ਦੇਸ਼ ਭਗਤ ਯਾਦਗਾਰ ਕਮੇਟੀ ਬਣਾਈ, ਹਾਲ ਬਣਾਇਆ ਤੇ ਸਾਡੇ ਬਜ਼ੁਰਗਾਂ ਨੂੰ ਕਿਹਾ, ਜਿਨ੍ਹਾਂ ਦੀ ਗੱਲਾਂ ਕਸ਼ਮੀਰ ਸੋਹਣੀ ਆਨਲਾਈਨ ਕਰਾਈਆਂ, ਕਿ ਭਲੇ ਮਾਨਸੋ ਉਹ ਤਾਂ ਗਏ ਸੀ ਉੱਥੇ ਕਮਾਨ ਖੱਟਣ, ਉਹ ਇੱਥੇ ਆ ਗਏ ਹਿੰਦੁਸਤਾਨ ਨੂੰ ਯਾਦ ਕਰਾਉਣ ਲਈ। ਇਸੇ ਮਹਾਨ ਦੇਸ਼ ਭਗਤ ਯਾਦਗਾਰ ਬਰਕਤੁੱਲਾ ਜਿਹੜਾ ਮੱਧ ਪ੍ਰਦੇਸ਼ ਦੇ ਭੋਪਾਲ ਸ਼ਹਿਰ ਦਾ ਸੀ, ਉੱਥੇ ਪ੍ਰੋਫੈਸਰ ਲਗਾਇਆ ਸੀ, ਉਹਨੂੰ ਲੱਤ ਮਾਰ ਕੇ ਪ੍ਰੋਫੈਸਰੀ ਨੂੰ ਘੱਟੋ ਘੱਟ 30 ਸਾਲ ਆਜ਼ਾਦੀ ਦੀ ਖਾਤਰ ਵੱਖ-ਵੱਖ ਮੁਲਕਾਂ 'ਚ ਲੜਦਾ ਰਿਹਾ। 1899 'ਚ ਇੱਥੇ ਆ ਗਿਆ, 1915 'ਚ ਅਫਗਾਨਿਸਤਾਨ 'ਚ ਆਰਜੀ ਹਕੂਮਤ ਬਣੀ, ਉਹਦਾ ਇਹਨੂੰ ਪ੍ਰਧਾਨ ਮੰਤਰੀ ਬਣਾਇਆ ਗਿਆ ਉੱਥੇ। ਤੇ 1927 'ਚ 20 ਸਤੰਬਰ ਸੈਨ ਫਰਾਂਸਿਸਕੋ ਦੇ ਸ਼ਹਿਰ 'ਚ ਅੰਤਾਂ ਦੀ ਕਮਜ਼ੋਰੀ ਤੋਂ ਬਾਅਦ ਜ਼ਿੰਦਗੀ ਮੌਤ ਦੀ ਲੜਾਈ ਲੜਦਾ ਏ ਆਪਣੀ ਜੀਵਨ ਲੀਲਾ ਸਮਾਪਤ ਕਰ ਗਿਆ। ਮੁਸਲਮਾਨ ਰੀਤੀ ਰਿਵਾਜਾਂ ਦੇ ਮੁਤਾਬਕ ਇਹਨਾਂ ਨੂੰ ਇੱਥੇ ਦਫਨਾਇਆ ਗਿਆ ਸੈਨ ਫਰਾਂਸਿਸਕੋ ਤੋਂ ਲਿਆ ਕੇ। ਪਰ ਜਿਹੜਾ ਇਹਨਾਂ ਦਾ ਗੜ੍ਹ ਸੀ, ਜ਼ਿਆਦਾ ਕਾਰਜ ਭੂਮੀ ਇੱਥੇ ਐਕਸ਼ਨ ਕਰਦੇ ਸੀ, ਉਹ ਯੁਵਾ ਸਿਟੀ ਮੈਰਿਜਵਲ ਸੀ। ਉਹ ਦੇਸ਼ ਭਗਤ ਯਾਦਗਾਰ ਕਮੇਟੀ ਨੇ ਸਾਡੇ ਇਹਨਾਂ ਬਜ਼ੁਰਗਾਂ ਨੂੰ ਕਿਹਾ ਕਿ ਤੁਸੀਂ ਉੱਥੇ ਬਰਕਤੁੱਲਾ ਦੀ ਇੱਕ ਕਬਰ ਆ, ਸਾਨੂੰ ਇਹ ਨਹੀਂ ਪਤਾ ਕਿਹੜੇ ਸ਼ਹਿਰ 'ਚ। ਤੋ ਸਾਡੇ ਇਹਨਾਂ ਬਜ਼ੁਰਗਾਂ ਨੇ ਕਾਫੀ ਕੁਰਸੀਨਾਮੇ ਜਿੱਦਾਂ ਕਹਿੰਦੇ ਨਾ ਕਾਊਂਟੀ ਦੇ ਪੇਪਰ ਵਰਕ ਆ, ਮੈਰਿਜਵਲ ਯੁਵਾ ਸਿਟੀ, ਇੱਥੇ ਆਖਰ ਆ ਕੇ ਇੱਥੇ ਜਿੱਤ ਪ੍ਰਾਪਤ ਕੀਤੀ, ਇਹਨਾਂ ਦੀ ਕਬਰ ਮਿਲੀ। ਉਸ ਤੋਂ ਬਾਅਦ ਫਿਰ ਜਦੋਂ ਸਾਡੀ ਸੰਸਥਾ ਕਾਇਮ ਹੋਈ ਇੰਡੋ ਅਮਰੀਕਨ ਕਲਚਰ, ਇਹਨਾਂ ਨੇ ਪਹਿਲਾਂ ਹੀ ਇਹ ਪ੍ਰਣ ਲਿਆ ਕਿ ਜਦੋਂ ਵੀ ਆਪਾਂ ਸੱਭਿਆਚਾਰਕ ਮੇਲਾ ਕਰਾਂਗੇ, ਸਭ ਤੋਂ ਪਹਿਲਾਂ ਇਸ ਮਹਾਨ ਯੋਧੇ ਦੀ ਕਬਰ 'ਤੇ ਜਾ ਕੇ ਫੁੱਲ ਚੜ੍ਹਾ ਕੇ, ਸ਼ਰਧਾ ਦੇ ਫੁੱਲ ਭੇਂਟ ਕਰਕੇ ਸੱਭਿਆਚਾਰਕ ਮੇਲਾ ਕਰਾਇਆ ਕਰਾਂਗੇ। ਪਰ ਬੜੇ ਅਫਸੋਸ ਨਾਲ ਕਹਿਣਾ ਪੈਂਦਾ, ਜਿਵੇਂ ਮੇਰੇ ਵੀਰਾਂ ਨੇ ਦੱਸਿਆ, ਕਿ ਹਿੰਦੁਸਤਾਨ ਨੂੰ ਜਿਹੜੀ ਆਜ਼ਾਦੀ ਦੀ ਲੋੜ ਸੀ, ਗਦਰੀ ਬਾਬਿਆਂ ਦਾ ਸੁਪਨਾ ਸੀ, ਉਹ ਪੂਰਾ ਨਹੀਂ ਹੋਇਆ। ਭਗਤ ਸਿੰਘ ਹੋਰਾਂ ਨੇ ਬੜੇ ਬੁੱਧੀਮਾਨ ਸੀਗੇ, ਉਹਨਾਂ ਨੇ ਪਹਿਲਾਂ ਹੀ ਲਿਖਤਾ ਸੀ ਕਿ ਜੇ ਗਾਂਧੀ ਵਰਗੇ ਲੋਕਾਂ ਦੀ ਅਗਵਾਈ 'ਚ ਹਿੰਦੁਸਤਾਨ ਨੂੰ ਆਜ਼ਾਦੀ ਮਿਲੀ ਤਾਂ ਮੁੱਠੀ ਭਰ ਲੋਕਾਂ ਨੂੰ ਮਿਲਣੀ ਆ। ਉਹੀ ਅੰਬਾਨੀ, ਅਡਾਨੀ, ਬਿਰਲੇ, ਟਾਟੇ ਸੀ ਅੱਗੇ ਜਦ ਅਸੀਂ ਉੱਥੇ ਸੀਗੇ। ਉਹਨਾਂ ਦੇ ਹੱਕ ਵਿੱਚ ਇਹ ਸਰਕਾਰਾਂ ਹੁਣ ਕਾਨੂੰਨ ਬਣਾ ਰਹੀਆਂ। ਜਦੋਂ ਕੋਈ ਹਿੰਦੁਸਤਾਨ ਦੀ ਤਾਜ਼ੇ ਅੰਕੜੇ ਅਰਥ ਸ਼ਾਸਤਰੀਆਂ ਦੇ 35 ਤੋਂ 40 ਕਰੋੜ ਲੋਕ ਬੇਘਰ ਆ, ਰਾਤ ਨੂੰ ਭੁੱਖੇ ਸੌਂਦੇ ਆ, ਰੋਟੀ ਨਹੀਂ ਮਿਲਦੀ। 35 ਤੋਂ 40 ਕਰੋੜ, 22 ਕਰੋੜ ਝੌਂਪੜੀਆਂ 'ਚ ਬਿਨਾਂ ਲਾਈਟਾਂ ਤੋਂ, ਬਿਨਾਂ ਪਖਾਨਿਆਂ ਤੋਂ, 20 ਕਰੋੜ ਫੁੱਟਪਾਥਾਂ 'ਤੇ, ਉਹਨਾਂ ਦੇ ਲਈ ਤਾਂ ਹੈ ਹੀ ਕੁਛ ਨਹੀਂ। ਜਦੋਂ ਕਿ ਜਿਹੜੇ ਮੁੱਖ ਮੰਤਰੀ ਆ, ਉਹ ਆਪਣੀਆਂ ਤਨਖਾਹਾਂ ਕੈਪਟਨ ਹੋਣੀ ਲੱਖ ਤੋਂ ਉੱਤੇ ਵਧਾ ਲਈਆਂ। ਮੰਤਰੀਆਂ ਨੇ 84,000 ਪ੍ਰਤੀ ਕਿਲੋ ਜਿਹੜਾ ਭੱਤਾ ਸੀਗਾ 6 ਤੋਂ ਲੈ ਕੇ ਰੁਪਏ ਤੋਂ 12 ਕਰ ਦਿੱਤਾ। ਆਪਣੀਆਂ ਤਿਜੋਰੀਆਂ ਭਰਦੇ ਆ, ਪਰ ਉਹ ਗਦਰੀ ਬਾਬਿਆਂ ਦਾ ਸੁਪਨਾ ਅਜੇ ਪੂਰਾ ਨਹੀਂ ਹੋਇਆ, ਜਿਹਦੇ ਲਈ ਜੱਦੋ ਜਹਿਦ ਦੇਸ਼ਾਂ ਪ੍ਰਦੇਸ਼ਾਂ 'ਚ ਉੱਥੇ ਦੀ ਧਰਤੀ 'ਤੇ ਜਾਰੀ ਆ। ਸੋ ਸਾਡੀ ਜਥੇਬੰਦੀ 'ਚ ਜਿੱਦਾਂ ਇਹਨਾਂ ਨੇ ਬੀੜਾ ਚੁੱਕਿਆ, ਪਹਿਲੇ ਸਾਡੇ ਕਾਰਕਨ ਕਸ਼ਮੀਰ ਸੋਹਣੀ, ਸੰਧੂ ਸਾਹਿਬ, ਬਿਲਗਾ ਸਾਹਿਬ ਅਤੇ ਸਮਿੱਤਰ ਭੜੋਣੀ, ਉਹ ਅੱਜ ਇੱਥੇ ਹਾਜ਼ਰੀਆਂ ਨਹੀਂ ਭਰ ਸਕੇ। ਅਸੀਂ ਉਹਨਾਂ ਦੀ ਗੱਲਬਾਤ ਕਰਾਉਣ ਦੀ ਕੋਸ਼ਿਸ਼ ਕੀਤੀ ਆ, ਪਰ ਬਹੁਤ 90 ਸਾਲ ਦੇ ਬਜ਼ੁਰਗ ਆ, ਕੋਈ ਕੈਂਸਰ ਆ, ਕਿਸੇ ਨੂੰ ਬਵਾਸੀਰ ਆ, ਪਰ ਫਿਰ ਵੀ ਉਹਨਾਂ ਦੀਆਂ ਜਿਹੜੀਆਂ ਪੀੜ੍ਹੀਆਂ ਗਾਹਾਂ ਜਨਰੇਸ਼ਨ ਆ, ਜਿਵੇਂ ਆ ਪਿੰਦਰਪਾਲ ਸਿੰਘ ਆ, ਇਹ ਚੌਥੀ ਪੀੜ੍ਹੀ 'ਚ ਆ। ਇਹਨਾਂ ਦੇ ਦਾਦੇ ਦੇ ਡੈਡੀ ਜਥੇਦਾਰ ਬਤਨ ਸਿੰਘ, ਉਹਨਾਂ ਤੋਂ ਬਾਅਦ ਇੰਦਰ ਸਿੰਘ, ਉਹਨਾਂ ਤੋਂ ਬਾਅਦ ਪਾਲ ਸਿੰਘ ਸੰਘਾ, ਹੁਣ ਇਹ ਪਿੰਦਰਪਾਲ ਅਤੇ ਰਿੰਕੂ ਹਰ ਪ੍ਰੋਗਰਾਮ ਵਿੱਚ ਆਉਂਦੇ ਆ, ਹਰ ਤਰ੍ਹਾਂ ਸਹਾਇਤਾ ਕਰਦੇ ਆ। ਇੱਥੋਂ ਤੱਕ ਇਹਨਾਂ ਦੇ ਡੈਡੀ ਨੇ ਕਹਿਤਾ ਵੀ ਤੁਸੀਂ ਐਵੇਂ ਨਾ ਬਹੁਤਾ ਤੰਗ ਹੋਇਆ ਕਰੋ ਫੰਡ ਮੰਗਣ ਨੂੰ, ਅਸੀਂ ਆਪੇ ਕਰਦਿਆਂ ਕਰਾਂਗੇ ਹੈਲਪ ਹੈਂ। ਅਤੇ ਹੋਰ ਇਹ ਦੇਖੋ ਮੋਡੈਸਟੋ ਤੋਂ ਬਰਾੜ ਸਾਹਿਬ, ਸਾਡੀ ਬਲਦੇਵ ਸਿੰਘ ਕਾਮਰੇਡ ਸੀਨੀਅਰ ਸਿਟੀਜ਼ਨ ਵਾਲੇ ਆ, ਵੱਖ ਇਹ ਸਾਡੇ ਵੱਡੇ ਭਾਜੀ, ਇੱਧਰ ਸੁਜੋਂ ਸਾਹਿਬ ਦੂਰ ਤੋਂ ਆਏ, ਹੈਡਮਾਸਟਰ ਸਾਹਿਬ। ਅਤੇ ਅਸੀਂ ਅੰਤ ਵਿੱਚ ਉਹਨਾਂ ਇੱਕ ਮਤਾ ਇਹ ਪਾਸ ਕਰਦੇ ਹਾਂ, ਜਿਵੇਂ ਪਹਿਲਾਂ ਵੀ ਕਿਹਾ, ਕਿ ਉਸ ਪੰਜਾਬ ਦੇ, ਹਿੰਦੁਸਤਾਨ ਦੇ ਜੋ ਹੱਕ ਸੱਚ ਲਈ ਲੜਦੇ ਆ, ਜਿਨ੍ਹਾਂ ਨੂੰ ਬੇਦਖਲ ਕਰ ਦੇਣਾ ਥੋੜ੍ਹੇ ਸਮੇਂ 'ਚ ਹੀ, ਉਹ ਤਾਂ ਅੱਗੇ ਖੁਦਕੁਸ਼ੀਆਂ 'ਚ ਪਾਏ ਹੋਆ, ਨਸ਼ਿਆਂ 'ਚ ਪਾਏ ਹੋ, ਅਤੇ ਕੁਛ ਲੋਕ ਇੱਧਰ ਜਹਾਜ਼ਾਂ 'ਚ ਸਮੁੰਦਰਾਂ 'ਚ ਡੁੱਬਦੇ ਆ, ਕਿਸ਼ਤੀਆਂ 'ਚ ਬਾਹਰ ਨੂੰ ਆਉਂਦੇ, ਅਤੇ ਉਹ ਜਿਹੜੀ ਫਿਰ ਉਹਨਾਂ ਕੋਲ ਮਾੜੀ ਮੋਟੀ ਰੋਟੀ ਦਾ ਸਾਧਨ ਹੈਗਾ, ਉਹ ਵੀ ਖੋਹਣ ਦੀ ਯਤਨ ਕਰਦੀ ਆ। ਅਸੀਂ ਆਪਣੀ ਜਥੇਬੰਦੀ ਵੱਲੋਂ ਇਹ ਮਤਾ ਪਾਸ ਕਰਦੇ ਹਾਂ ਇਸ ਮਹਾਨ ਯੋਧੇ ਦੀ ਕਬਰ 'ਤੇ ਖੜ੍ਹ ਕੇ, ਕਿ ਆਪਾਂ ਡਟ ਕੇ ਉਹਨਾਂ ਦੇ ਨਾਲ ਹਮਦਰਦੀ ਰੱਖਦੇ ਹਾਂ, ਉਹਨਾਂ ਦੇ ਇਸ ਦੁੱਖ ਵਿੱਚ ਹਾਦਾ ਨਾਰਾ ਮਾਰਦੇ ਹਾਂ। ਅਤੇ ਜੇ ਸਾਨੂੰ ਕੋਈ ਜ਼ਿੰਮੇਵਾਰੀ ਲੱਗੇ, ਸਾਡੀ ਕੋਈ ਡਿਊਟੀ ਲੱਗੀ, ਹਰ ਤਰ੍ਹਾਂ ਦੀ ਅਸੀਂ ਕੋਸ਼ਿਸ਼ ਕਰਨ ਲਈ ਤਿਆਰ ਹਾਂ। ਅਤੇ ਇੱਕ ਵਾਰੀ ਫਿਰ ਮੈਂ ਅੰਤ ਵਿੱਚ ਆਪਣੀ ਜਥੇਬੰਦੀ ਵੱਲੋਂ ਦੂਰੋਂ ਨੇੜੋਂ ਚੱਲ ਕੇ ਆਏ ਹੋਏ ਸਭ ਭੈਣਾਂ ਭਰਾਵਾਂ ਬਜ਼ੁਰਗਾਂ ਦਾ ਮਨ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ। ਧੰਨਵਾਦ ਬਿੰਦਰਾ ਜੀ। ਅਖੀਰ ਦੇ ਉੱਤੇ ਆਪਾਂ ਹੁਣ ਇਹ ਪ੍ਰੋਗਰਾਮ ਜਿਹੜਾ ਹੈ ਸਮਾਪਤ ਕਰ ਦੇਣਾ। ਅਤੇ ਅਸੀਂ ਸਮੁੱਚੀ ਕਮੇਟੀ ਵੱਲੋਂ, ਸਮੁੱਚੇ ਲੋਕਾਂ ਵੱਲੋਂ ਵੀ ਸ਼ਿਆਰਾ ਸਿੰਘ ਹੋਣੀ ਵੀਡੀਓ ਵਾਲੇ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਉਹਨੇ ਬਹੁਤ ਸਾਰੇ ਕਈ ਇਹੋ ਜਿਹੇ ਸੁਝਾਏ, ਉਪਰਾਲੇ ਵੀ ਇਹੋ ਜਿਹੇ ਕੀਤੇ। ਨਾਲ ਫਿਰ ਕੋਈ ਪੈਸਾ ਨਹੀਂ, ਕੋਈ ਧੇਲਾ ਨਹੀਂ ਜਿਹੜਾ
ਕਈ ਹਜ਼ਾਰ ਕਿਸੇ ਵਿਆਹ ਦੇ ਪ੍ਰੋਗਰਾਮ ਤੇ ਲੈਂਦਾ ਆ ਤੇ ਉਹਨੂੰ ਵੀ ਪਤਾ ਵੀ ਇਹ ਜਿੱਦਾਂ ਦੇ ਲੋਕ ਹੈਗੇ ਹੀ ਆ, ਤੱਪੜ ਲਪੇਟ ਹੀ ਆ, ਇਹਨਾਂ ਕੋ ਵਿਚਾਰਿਆਂ ਕੋ ਹੈ ਤਾਂ ਕੱਖ ਨਹੀਂ। ਉਹ ਫਿਰ ਉੱਦਾਂ ਹੀ ਵਿਚਾਰਾ ਆਪਣੇ ਜਿਹੜੇ ਹਥਿਆਰ ਚੁੱਕ ਕੇ ਸਾਡੇ ਨਾਲ ਆ ਜਾਂਦਾ। ਸੋ ਧੰਨਵਾਦ ਤੁਹਾਡਾ, ਮਿਹਰਬਾਨੀ ਬਹੁਤ ਬਹੁਤ। ਤੇ ਖਹਿਰਾ ਸਾਹਿਬ ਦਾ ਜ਼ਿਆਦਾ ਧੰਨਵਾਦ, ਇਹਨਾਂ ਨੇ ਸਾਨੂੰ ਇਸ ਪਾਸੇ ਨੂੰ ਇਨਕਰੇਜਮੈਂਟ ਕੀਤਾ। ਬਿਲਕੁਲ। ਤੇ ਬਾਕੀ ਇੱਕ ਗੱਲ ਜਿਹੜੀ ਹਿੰਦੁਸਤਾਨ ਦੀ ਆਖਰ ਦੇ ਵਿੱਚ ਮੈਂ ਉਹੀ ਕਹਿ ਦੇਣਾ ਕਿ ਉੱਥੇ ਜਿੰਨੀਆਂ ਵੀ ਇਹ ਮੂਵਮੈਂਟਾਂ ਲੜਦੀਆਂ ਹੁੰਦੀਆਂ, ਸਾਡਾ ਪਾਲਿਸੀ, ਸਾਡਾ ਸਿਧਾਂਤ ਜੋ ਗਦਰੀ ਬਾਬਿਆਂ ਨੇ ਪਾਏ ਸੀ, ਜੋ ਸਾਨੂੰ ਕੁਛ ਆਖਿਆ ਸੀ, ਅਸੀਂ ਹਮੇਸ਼ਾ ਹੀ ਉਹਦੇ ਤੇ ਪਹਿਰਾ ਦਿੰਦੇ ਆਏ ਹਾਂ ਮੁੱਢੋਂ ਲੈ ਕੇ। ਜਿਹੜਾ ਮੈਂ ਪਹਿਲਾਂ ਵੀ ਆਖਿਆ ਸੀ ਤੇ ਹੁਣ ਵੀ ਆ ਕੁਲਦੀਪ ਸਿੰਘ ਹੁਣਾਂ ਨੇ ਆਖਿਆ ਸੀ, ਅਸੀਂ ਕੋਈ ਪਿੱਛੇ ਨਹੀਂ ਹੋ, ਅਸੀਂ ਨਾ ਕੋਈ ਪਿੱਛੇ ਹਟਾਂਗੇ, ਨਾ ਕਦੀ ਕਿਸੇ ਕਿਸਮ ਨਾਲ ਹਟ ਹੀ ਸਕਦੇ ਹਾਂ। ਸਾਨੂੰ ਪਤਾ ਮਜ਼ਦੂਰੀ ਤੇ ਕਿਸਾਨੀ ਦਾ ਦਰਦ ਕੀ ਹੁੰਦਾ ਆ। ਇਹ ਉਹੀ ਮਜ਼ਦੂਰ ਕਿਸਾਨ ਹੈ ਨਾ ਜਿਨ੍ਹਾਂ ਨੇ ਇੱਕ ਵਾਰ ਕਿਤੇ ਨਾਅਰਾ ਦਿੱਤਾ ਸੀ, ਉਹ ਨਾਅਰਾ ਗੂੰਜਿਆ ਸੀ ਪੱਛਮੀ ਪੰਜਾਬ ਦੀਆਂ 12 ਦੇ ਵਿੱਚ, ਪਗੜੀ ਸੰਭਾਲ ਜੱਟਾ, ਪਗੜੀ ਸੰਭਾਲ ਹੋਏ ਤੇ ਲੁੱਟ ਲਿਆ ਮਾਲ ਤੇਰਾ, ਲੁੱਟ ਲਿਆ ਮਾਲ ਹੋਏ। ਇਸੇ ਨਾਅਰੇ ਥੱਲੇ ਲਾ ਕੇ ਉਹਨਾਂ ਨੇ ਹਿੰਦੁਸਤਾਨ 'ਚੋਂ ਕਿਸਾਨ ਮੂਵਮੈਂਟ ਇੰਨੀ ਮਜ਼ਬੂਤ ਕਰ ਦਿੱਤੀ ਸੀ ਕਿ ਇਹਨਾਂ ਦੇ ਸਾਰੇ ਸਿਵਲ ਕਲੋਨੀਆਲਿਜ਼ਮ ਜਿੰਨੇ ਵੀ ਐਕਟ ਸੀ ਇਹਨਾਂ ਨੂੰ ਉਹ ਜਿਹੜੇ ਵਾਪਸ ਲੈਣੇ ਪਏ ਸੀ ਬਰਤਾਨਵੀ ਗੌਰਮੈਂਟ ਨੂੰ। ਹੁਣ ਵੀ ਕੋਈ ਵੱਡੀ ਗੱਲ ਨਹੀਂ, ਜੇ ਇਕੱਠੇ ਹੋ ਕੇ ਉਹ ਇੱਕ ਨਾਅਰਾ ਮਾਰਨਗੇ ਤਾਂ ਇਹ ਲਪੇਟੇ ਜਾ ਸਕਦੇ ਆ। ਫਿਰਕੂ ਭਾਵਨਾਵਾਂ ਜਿਹੜੀਆਂ ਉਹਨਾਂ ਨੂੰ ਬਿਲਕੁਲ ਰੱਦ ਕੀਤਾ ਜਾ ਸਕਦਾ ਆ। ਇੱਕ ਵਾਰ ਦੀ ਮੈਨੂੰ ਗੱਲ ਯਾਦ ਆ ਗਈ ਕਿ ਮੈਂ ਕਹਿੰਦੇ ਵੀ ਨਾਜ਼ੀਆਂ ਸੋਸ਼ਲਿਸਟਾਂ ਦਾ ਏਜੰਡਾ ਚੋਰੀ ਕਰ ਲਿਆ ਸੀ। ਅੱਜ ਮੈਂ ਕਕੂਰੀ ਕਾਂਡ ਦੇ ਉਹਨਾਂ ਸ਼ਹੀਦਾਂ ਦੇ ਬਾਰੇ ਗੱਲ ਕਰਨਾ ਕਿ ਉੱਥੋਂ ਦਾ ਇੱਕ ਖਜ਼ਾਨਾ ਮੰਤਰੀ ਜਿਹੜਾ ਪੁਰਾਣੇ ਵੇਲਿਆਂ ਤੋਂ ਉਹ ਮੇਰਾ ਵੀ ਵਾਕਫ ਸੀ, ਯੂਪੀ ਦਾ ਉੱਤਰ ਪ੍ਰਦੇਸ਼ ਦਾ ਖਜ਼ਾਨਾ ਮੰਤਰੀ ਆ। ਅੱਜ ਉਹ ਅਸ਼ਫਾਕ ਉਲ ਖਾਂ ਜਿਹੜੇ ਕਕੂਰੀ ਕਾਂਡ ਦੇ ਸ਼ਹੀਦ ਸੀ, ਉਹਦੀਆਂ ਕਬਰਸਤਾਨ ਬਣਾਉਣ ਦੇ ਵਿੱਚ, ਉਹਦੇ ਗੇਟ ਲਾਉਣ ਦੇ ਵਿੱਚ, ਅੰਦਰ ਪਾਰਕ ਬਣਾਉਣ ਦੇ ਉੱਤੇ, ਸੰਗਮਰਮਰ ਲਾਉਣ ਦੇ ਉੱਤੇ, ਆਪਣੀ ਸ਼ਿਲਾ ਦੇ ਨਾਂ ਲਾਉਣ ਦੇ ਉੱਤੇ ਉਹਨੇ ਉੱਥੇ ਬਿਲਕੁਲ ਲਗਵਾ ਤੇ ਸਾਰੀ ਦੀ ਸਾਰੀ ਮੁਸਲਿਮ ਵੋਟ ਜਿਹੜੀ ਉਹ ਬਟੋਰ ਕੇ ਆਪਣੇ ਭਾਜਪਾ ਦੇ ਖਾਤੇ ਵਿੱਚ ਪਾ ਗਿਆ। ਜਿਵੇਂ ਨਾਜ਼ੀਆਂ ਨੇ ਸੋਸ਼ਲਿਸਟਾਂ ਦਾ ਏਜੰਡਾ ਚੋਰੀ ਕੀਤਾ ਸੀ, ਭਾਜਪਾ ਵਾਲਿਆਂ ਨੇ ਵੀ ਇਸੇ ਤਰ੍ਹਾਂ ਇਹਨਾਂ ਦੇ ਤੁਹਾਡੇ ਜਿਹੜੇ ਆ ਉਹ ਚੋਰੀ ਕਰਕੇ ਤੇ ਇੱਕ ਹੋਰ ਰਾਹ ਦੇ ਉੱਤੇ ਉਹਨਾਂ ਨੇ ਪਾਤਾ ਜਿਹੜੇ ਹਿੰਦੂਇਜ਼ਮ ਬਣੂਗੀ ਸਟੇਟ, ਉਹ ਜਿਹਨੂੰ ਕਹਿੰਦੇ ਆ। ਪਰ ਹੁਣ ਬਣਨ ਨਹੀਂ ਉਹ ਲੱਗੀ, ਲੋਕਾਂ ਨੇ ਬਣਨ ਨਹੀਂ ਦੇਣੀ। ਬੜੇ ਵੱਡੇ ਭੁਲੇਖੇ ਆ, ਉਹਦੇ ਨਾਲ ਖੂਨ ਖਰਾਬਾ ਜ਼ਰੂਰ ਮੁੜੂਗਾ। ਇੱਕ ਵਾਰੀ ਸਮੁੱਚੀ ਜਨ ਸਮੂਹ ਨੂੰ ਉਹ ਸਿਵਲਵਾਦ ਵਿੱਚ ਜ਼ਰੂਰ ਧੱਕਣਗੇ। ਸੋ ਤੁਹਾਡਾ ਆਉਣ ਲਈ ਇਸ ਅੱਜ ਦੇ ਸ਼ਰਧਾਂਜਲੀ ਭੇਂਟ ਕਰਨ ਲਈ ਬਹੁਤ ਬਹੁਤ ਧੰਨਵਾਦ। ਸੋ ਆਸ ਕਰਦੇ ਹਾਂ ਕਿ ਜੇ ਕਰੋਨੇ ਵਰਗੀ ਮਹਾਂਮਾਰੀ ਜਿਹੜੀ ਆ ਗਾਂ ਤੱਕ ਨਾ ਰਹੀ ਤੇ ਇਸੇ ਜਗ੍ਹਾ ਦੇ ਉੱਤੇ ਆਉਂਦੇ ਸਾਲ ਨੂੰ ਫਿਰ ਮਿਲਾਂਗੇ ਤੇ ਨਾਲ ਹੀ ਇੱਕ ਵੱਡੇ ਮੇਲੇ ਦਾ ਵੀ ਜਿਹੜਾ ਅਸੀਂ ਉਹ ਆਯੋਜਿਤ ਕਰਾਂਗੇ। ਉਸ ਤੋਂ ਬਾਅਦ ਸਾਡੀ ਇੱਕ ਕੋਸ਼ਿਸ਼ ਹੋਊਗੀ ਕਿ ਸਾਨ ਫਰਾਂਸਿਸਕੋ ਉਹਨਾਂ ਬਜ਼ੁਰਗਾਂ ਦੇ ਵਿੱਚ ਜਿਹੜਾ ਗਦਰ ਪਾਰਟੀ ਦਾ ਦਫ਼ਤਰ ਸੀਗਾ, ਉੱਥੇ ਅਸੀਂ ਸੈਮੀਨਾਰ ਕਰਾਵਾਂਗੇ ਔਰ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਾਂਗੇ ਕਿ ਉੱਥੇ ਤੁਸੀਂ ਪਹੁੰਚੋ। ਤੇ ਸਵਾਲ ਇੱਥੇ ਉਹੀ ਪੈਦਾ ਹੁੰਦਾ ਕਿ ਜੇ ਅਗਰ ਠੱਲ ਪੈ ਗਈ ਆਹ ਮਹਾਂਮਾਰੀ ਨੂੰ ਤਦ। ਸੋ ਮਿਹਰਬਾਨੀ ਤੁਹਾਡੀ ਇਹਨਾਂ ਸ਼ਬਦਾਂ ਦੇ ਨਾਲ ਹੀ ਆਉਂਦੇ ਸਾਲ ਨੂੰ ਜੇ ਨਾ ਇਹੋ ਜਿਹਾ ਰਿਹਾ ਤੇ ਇੱਥੇ ਫੇਰ ਮਿਲਾਂਗੇ। ਮਿਹਰਬਾਨੀ ਬਹੁਤ ਬਹੁਤ। ਤੇ ਅਸੀਂ ਸਾਰੇ ਤਕਰੀਬਨ ਜਾਣਦੇ ਹਾਂ ਬੀਬੀ ਕਰਨੈਲ ਕੌਰ ਈਸੜੂ, ਗੋਆ ਦੇ ਸ਼ਹੀਦ ਸਰਦਾਰ ਕਰਨੈਲ ਸਿੰਘ ਦੀ ਭੈਣ, ਛੋਟੀ ਭੈਣ ਉਹਨਾਂ ਦੇ ਬੇਟੇ ਦੀ ਪਿਛਲੇ ਦਿਨੀ ਡੈਥ ਹੋ ਗਈ। ਤੇ ਇੰਡੋ ਅਮਰੀਕਨ ਕਲਚਰ ਆਰਗੇਨਾਈਜੇਸ਼ਨ ਜਿਹੜੀ ਆ ਉਹ ਬੀਬੀ ਸਾਡੇ ਇੱਕ ਤਰ੍ਹਾਂ ਦਾ ਮੈਂਬਰ ਵੀ ਸੀ। ਇੱਕ ਵਾਰੀ ਉਹ ਆਖਣ ਲੱਗੀ ਕਿ ਕਸ਼ਮੀਰ ਵੀਰਾ ਮੈਨੂੰ ਕਿਉਂ ਨਹੀਂ ਮੈਂਬਰ ਬਣਾਉਂਦੇ, ਜਨਾਨੀਆਂ ਕਿਉਂ ਨਹੀਂ ਮੈਂਬਰ। ਮੈਂ ਕਿਹਾ ਜਨਾਨੀਆਂ ਨੂੰ ਤਾਂ ਅਸੀਂ ਲੱਭਦੇ ਹਾਂ ਕਿ ਆ ਕੇ ਮੈਂਬਰ ਬਣੋ, ਸਾਡੀਆਂ ਤੁਹਾਡੇ ਸਿਰ 'ਤੇ ਕਾਰੋਬਾਰ ਆ ਸਾਰਾ। ਤਾਂ ਉਹ ਸਾਡੀ ਆਰਗੇਨਾਈਜੇਸ਼ਨ ਦੇ ਮੈਂਬਰਸ਼ਿਪ ਦੇ ਵਿੱਚ ਵੀ ਉਹ ਬੀਬੀ ਜਿਹੜੀ ਹਾਜ਼ਰ ਸੀ, ਬੀਬੀ ਕਰਨੈਲ ਸਿੰਘ। ਉਹ ਗੋਆ ਦੇ ਸ਼ਹੀਦ ਕਰਨੈਲ ਸਿੰਘ ਈਸੜੂ ਦੀ ਭੈਣ ਸੀ। ਇੱਕ ਹੋਰ ਸਾਡਾ ਸਾਥੀ ਜਿਹਦਾ ਮੈਂ ਪਹਿਲਾਂ ਜ਼ਿਕਰ ਨਹੀਂ ਕਰ ਸਕਿਆ, ਬਲਵਿੰਦਰ ਸਿੰਘ ਭਿੱਖੀਵਿੰਡ। ਮੈਨੂੰ ਯਾਦ ਆ ਕਿ ਅੱਜ ਫਿਰਕੂ ਹਨੇਰੀਆਂ ਦੀ ਜਿਹੜੀ ਗੱਲਬਾਤ ਹੁਣੇ ਸਾਥੀ ਕੁਲਦੀਪ ਸਿੰਘ ਹੁਣੀ ਵੀ ਕਰਕੇ ਹਟੇ ਆ ਤੇ ਬਰਾੜ ਸਾਹਿਬ ਹੁਣਾਂ ਨੇ ਵੀ ਕੀਤੀ ਆ। ਇਹ ਉਸ ਵੇਲੇ ਦੇ ਅੱਤਵਾਦ ਦੀ ਝੁੱਲੀ ਹੋਈ ਫਿਰਕੂ ਹਨੇਰੀ ਦੇ ਵਿੱਚ ਚਟਾਨ ਵਾਂਗ, ਪਹਾੜ ਵਾਂਗ ਪੂਰੇ ਟੱਬਰ ਸਮੇਤ ਆਪਣੇ ਘਰਵਾਲੀ ਦੇ ਨਾਲ ਮੋਢੇ ਨਾਲ ਮੋਢਾ ਢਾਹ ਕੇ ਤੇ ਹਥਿਆਰ ਫੜ ਕੇ ਚਲਾਉਂਦੇ ਰਹੇ। ਉਹਨਾਂ ਦੇ ਘਰ ਦੇ ਉੱਤੇ ਰੌਕਟ ਲਾਂਚਰ ਵੀ ਫੈਂਕੇ ਗਏ ਉਹਨਾਂ ਦੇ ਘਰ 'ਤੇ। ਸਵੇਰ ਨੂੰ CRP, ਮੈਨੂੰ ਚੰਗੀ ਤਰ੍ਹਾਂ ਯਾਦ ਆ, CRP ਨੇ ਜਾਣਾ ਤਾਂ ਫੌੜੇ ਨਾਲ ਜਿਹੜਾ ਅਮਨੀਸ਼ਨ ਦੇ ਖੋਲ ਹੁੰਦੇ ਸੀ ਉਹ ਇਕੱਠੇ ਕਰਕੇ ਲੈ ਕੇ ਆਉਂਦੇ ਸੀ। ਸੋ ਡਟ ਕੇ ਉਹਨੇ ਉਹਦਾ ਮੁਕਾਬਲਾ ਕੀਤਾ। ਉਹਨਾਂ ਵੇਲਿਆਂ 'ਚ ਵੱਡੇ ਵੱਡੇ ਥੰਮ ਜਿਹੜੇ ਸੀ ਅੱਤਵਾਦੀਆਂ ਦੇ ਉਹ ਤਾਂ ਰਹੇ ਨਹੀਂ, ਪਰ ਉਹਨਾਂ ਨੇ ਅਟੈਕ ਉਹਨਾਂ ਦੇ ਉੱਤੇ ਕੀਤੇ। ਬਦਕਿਸਮਤੀ ਦੀ ਗੱਲ ਹੈ ਕਿ ਹੁਣ ਇਹ ਸਰਕਾਰਾਂ ਉਹੋ ਜਿਹੀਆਂ ਸਰਕਾਰਾਂ ਆ ਕਿ ਜਿਹੜਾ ਅਸੀਂ ਆਖਦੇ ਨਾ ਪਹਿਲਾਂ ਕਿ
ਇਹ ਜਿਹੜੇ ਅੰਗਰੇਜ਼ਾਂ ਦੇ ਦਲਾਲ ਸੀ ਉਹਨਾਂ ਦੇ ਪੁੱਤ ਪੋਤੇ ਰਾਜਿਆਂ ਮਹਾਰਾਜਿਆਂ ਦੇ ਅੱਜ ਹਿੰਦੁਸਤਾਨ ਦੀ ਵਾਗਡੋਰ ਉਹਨਾਂ ਨੇ ਸੰਭਾਲੀ ਆ। ਕੁਛ ਚਿਰ ਪਹਿਲਾਂ ਹੀ ਉਹਦੇ ਤੋਂ ਸਿਕਿਉਰਿਟੀ ਉਹਦੀ ਵਾਪਸ ਲੈ ਲਈ ਤੇ ਸਿਕਿਉਰਿਟੀ ਵਾਪਸ ਲੈਣ ਤੇ ਸੀ ਕਿ ਜੱਟ ਦੇ ਨਹੀਂ ਉਸ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਜਿਹੜਾ ਫਿਰਕੂ ਅੰਧੇਰੀਆਂ ਦੇ ਖਿਲਾਫ ਉਹਨਾਂ ਵੇਲਿਆਂ 'ਚ ਚਟਾਨ ਵਾਂਗ ਖੜਾ ਰਿਹਾ ਤੇ ਲੜਦਾ ਰਿਹਾ ਉਹ। ਸੋ ਅਸੀਂ ਇੰਡੋ ਅਮਰੀਕਨ ਕਲਚਰ ਵਾਲੇ ਆਰਗੇਨਾਈਜੇਸ਼ਨ ਵਾਲੇ, ਕਿਉਂਕਿ ਉਹ ਸਾਨੂੰ ਇਸ ਕਰਕੇ ਵੀ ਬਹੁਤਾ ਦੁੱਖ ਆ ਕਿ ਉਹ ਸਾਥੀ ਸਾਡੀ ਕਿਸੇ ਵੇਲੇ ਸਟੂਡੈਂਟ ਯੂਨੀਅਨ ਦਾ ਲੀਡਰ ਹੁੰਦਾ ਸੀ ਬਲਵਿੰਦਰ ਸਿੰਘ ਭਿੱਖੀਵਿੰਡ, ਤੇ ਅਸੀਂ ਸਾਰੇ ਉਹਦੇ ਪਰਿਵਾਰ ਦੇ ਵਿੱਚ ਦੁੱਖ ਦੇ ਵਿੱਚ ਸ਼ਰੀਕ ਹਾਂ, ਪੂਰੀ ਤਰ੍ਹਾਂ ਸ਼ਰੀਕ ਹਾਂ, ਤੇ ਸਾਨੂੰ ਅਫਸੋਸ ਆ ਕਿ ਅਸੀਂ ਇੱਕ ਮਹਾਨ ਯੋਧਾ ਜਿਹੜਾ ਉਹ ਗਵਾ ਲਿਆ। ਸੋ ਇਹਨਾਂ ਲਫ਼ਜ਼ਾਂ ਦੇ ਨਾਲ ਹੀ ਮੈਂ ਉਹਨਾਂ ਨੂੰ ਸ਼ਰਧਾਂਜਲੀ ਵੀ ਭੇਂਟ ਕਰਦਾ, ਅਫਸੋਸ ਯਾਦ ਕਰਦਾ ਪੂਰੀ ਸਮੁੱਚੀ ਆਰਗੇਨਾਈਜੇਸ਼ਨ ਵੱਲੋਂ। ਤੇ ਬਸ ਇੰਨਾ ਹੀ ਮੈਂ ਕੁਛ ਆਖਣਾ ਸੀ। ਮਿਹਰਬਾਨੀ, ਥੈਂਕ ਯੂ।